ब्रेक तो बाद दर्शकों का स्वागत है। ਅਸੀਂ लगातार चर्चा कर रहे हैं पावर टैरिफ जो सरकार ਵੱਲੋਂ ਅੱਜ ਘਟਾਏ ਗਏ ਨੇ। ਹਾਲਾਂਕਿ ਸਰਕਾਰ ਇਸ ਨੂੰ ਵੱਡੇ ਪੱਧਰ ਤੇ ਪ੍ਰਚਾਰ ਰਹੀ ਹੈ ਜਾਂ ਕਾਂਗਰਸ ਪਾਰਟੀ ਇਸ ਨੂੰ ਵੱਡੇ ਪੱਧਰ ਤੇ ਪ੍ਰਚਾਰ ਰਹੀ ਹੈ, ਪਰ ਵਿਰੋਧੀ ਪਾਰਟੀਆਂ ਇਸ ਤੇ ਨਿਸ਼ਾਨੇ ਸਾਧ ਰਹੀਆਂ ਨੇ ਕਿ ਇਹ ਇੱਕ ਬੇਹੱਦ ਹੀ ਨਿਗੂਣਾ ਵਾਧਾ ਹੈ ਜਾਂ ਲੋਕਾਂ ਦੇ ਨਾਲ ਕੀਤਾ ਗਿਆ ਮਜ਼ਾਕ ਹੈ। ਪ੍ਰਿਤਪਾਲ ਜੀ, ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲਬਾਤ ਕਰ ਰਹੇ ਸੀ ਜਾਂ ਜੈ ਕਿਸ਼ਨ ਰੋੜੀ ਹੋਰਾਂ ਨੇ ਜਿਹੜਾ ਸਵਾਲ ਚੱਕਿਆ ਜਾਂ ਚੰਨੀ ਸਾਹਿਬ ਨੇ ਜਿਹੜੀ ਗੱਲ ਕਹੀ, ਸੋ ਸਵਾਲ ਤਾਂ ਹੈ ਨੇ ਬੜੇ ਸਾਹਮਣੇ ਕਿ ਦਾਅਵੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ। ਵਾਅਦਾ ਜਾਂ ਦਾਅਵੇ ਤਾਂ ਹੋਰ ਵੀ ਬੜੇ ਕੀਤੇ ਸੀ ਕਿ ਅਸੀਂ ਜਦੋਂ ਹੀ ਸੱਤਾ ਦੇ ਵਿੱਚ ਆਵਾਂਗੇ ਅਸੀਂ ਪੁਰਾਣੇ ਜਿਹੜੇ ਸਮਝੌਤੇ ਆ ਉਹਨਾਂ ਨੂੰ ਰੱਦ ਕਰ ਦਿਆਂਗੇ, ਤੋੜ ਦਿਆਂਗੇ, ਲੋਕਾਂ ਨੂੰ ਵੱਡੀ ਰਾਹਤ ਦੇਵਾਂਗੇ। ਅੱਜ 4.5 ਸਾਲ ਬਾਅਦ 50 ਪੈਸੇ ਬਿਜਲੀ ਘਟਾ ਕੇ ਤੁਸੀਂ ਕਹਿੰਦੇ ਹੋ ਅਸੀਂ ਆਪਣੇ ਵਾਅਦੇ ਪੂਰੇ ਕਰਤੇ ਔਰ ਇਹ ਬਹੁਤ ਵੱਡੀ ਰਾਹਤ ਹੈ। ਦੇਖੋ ਗੱਲ ਆ ਵਿਜੇਪਾਲ ਜੀ, ਜਿੱਥੋਂ ਤੱਕ ਰੋੜੀ ਸਾਹਿਬ ਤੇ ਬਾਕੀ ਗੱਲੇ ਦੇ ਸਵਾਲ ਨੇ ਜੀ, ਜਿਹੜਾ ਉਹ ਪਾਵਰ ਪੀਪੀਏ ਦੀ ਗੱਲ ਚੱਲਦੀ ਹੈ ਬਾਰ-ਬਾਰ ਜੀ। ਪੀਪੀਏ ਜੇ ਅੱਜ ਪੰਜਾਬ ਦੀ ਸਰਕਾਰ ਜਮਾਂ ਹੀ ਰੱਦ ਕਰ ਦੇ ਤਾਂ ਉਹਦਾ 45,000 ਕਰੋੜ ਦੇ ਲਗਭਗ ਇਹਨਾਂ ਕੰਪਨੀਆਂ ਨੂੰ ਦੇਣਦਾਰੀ ਬਣ ਜਾਣੀ ਹੈ, ਜਿਹੜੀ ਬਾਦਲ ਸਾਹਿਬ ਦੀ ਗਵਰਨਮੈਂਟ ਕਰਕੇ ਗਈ ਹੋਈ ਹੈ, ਜਿਹਦੇ ਕਰਕੇ ਦਿੱਕਤਾਂ ਨੇ। ਤੇ ਅੱਜ ਦੀ ਡੇਟ 'ਚ 45,000 ਕਰੋੜ ਰੁਪਇਆ ਅਗਰ ਸਿੱਧਾ ਹੀ ਵਾਈਪ ਆਊਟ ਕਰ ਦਈਏ ਤਾਂ ਉਹ ਪੰਜਾਬ ਦੀ ਸਰਕਾਰ ਨੂੰ ਬੇਰ ਕਰਨਾ ਪੈ ਜਾਊ। ਸਭ ਤੋਂ ਪਹਿਲਾਂ ਮੈਂ ਉਹਦਾ ਚੰਨੀ ਸਾਹਿਬ ਦੀ ਗੱਲ ਤੇ, ਚੰਨੀ ਸਾਹਿਬ ਨੇ ਤੁਹਾਡੇ ਚੈਨਲ ਤੇ ਹੁਣੇ ਸਟੇਟਮੈਂਟ ਦਿੱਤੀ ਹੈ ਕਿ ਇਹ ਬਰਡਨ ਚੱਕਦੇ ਨੇ, ਚਾਹੇ ਉਹ ਫਾਰਮਰ ਸਬਸਿਡੀ ਹੈ ਚਾਹੇ ਇੰਡਸਟਰੀਅਲ ਸਬਸਿਡੀ ਹੈ। ਹੁਣ ਇਹਨਾਂ ਨੂੰ ਜਿਹੜੀ ਸਾਡੇ ਕਿਸਾਨ ਨੂੰ ਜਾ ਰਹੀ ਆ ਫ੍ਰੀ ਚ ਬਿਜਲੀ, ਉਹ ਵੀ ਚੁਬਣ ਲੱਗੀ ਬੀਜੇਪੀ ਵਾਲਿਆਂ ਨੂੰ। ਪਹਿਲਾਂ ਹੀ ਬਿਠਾਏ ਹੋਏ ਆ ਵਿਚਾਰੇ ਕਾਲੇ ਕਾਨੂੰਨਾਂ ਕਰਕੇ, ਅੱਜ ਬਿਜਲੀ ਵੀ ਤੁਹਾਨੂੰ ਚੁਬਣ ਲੱਗੀ। ਹੁਣ ਉਸ ਤੋਂ ਬਾਅਦ ਮੈਂ ਕਰਦਾ ਰੋੜੀ ਸਾਹਿਬ ਦੀ ਗੱਲ। ਰੋੜੀ ਸਾਹਿਬ ਦੀ ਦਿੱਲੀ ਦੀ ਸਰਕਾਰ 2300 ਕਰੋੜ ਦੀ ਬਿਜਲੀ ਫ੍ਰੀ ਦਿੰਦੀ ਹੈ ਤੇ ਢੰਡੋਰਾ 2300 ਕਰੋੜ ਦੀ ਐਡਵਰਟਾਈਜ਼ਮੈਂਟ ਨਾਲ ਪਿੱਟਦੀ ਹੈ, ਜਾਨੀ ਕਿ ਉਨੀ ਹੋਰ ਸਸਤੀ ਕਰ ਦੇਣ। ਠੀਕ ਹੈ, ਤੇ ਹੁਣ ਤਾਂ ਪਹਿਲਾਂ 14,500 ਕਰੋੜ ਰੁਪਇਆ ਪੰਜਾਬ ਸਰਕਾਰ ਚੱਕਦੀ ਸੀ ਕੈਪਟਨ ਅਮਰਿੰਦਰ ਸਿੰਘ ਦੀ, ਹੁਣ ਤਾਂ 15,500 ਕਰੋੜ ਦੇ ਆਸ-ਪਾਸ ਦਾ ਖਰਚਾ ਚੱਕਣ ਲੱਗੀ ਸਬਸਿਡੀ ਬੀਅਰ ਕਰਦੀ। ਇੱਕ ਬਹੁਤ ਵੱਡੀ ਅਮਾਉਂਟ ਆ 15,500 ਕਰੋੜ ਰੁਪਏ ਦਾ ਸਬਸਿਡੀ ਬੀਅਰ ਕਰਨਾ। ਤੇ ਫਿਰ ਮੈਂ ਉਹਦਾ ਚੰਦੂ ਮਾਜਰਾ ਸਾਹਿਬ ਦੀ ਗੱਲ ਤੇ, ਇਹ ਕਹਿੰਦੇ ਜੀ ਸਸਤਾ ਕੀਤਾ, ਇੰਨਾ ਟੈਰਿਫ ਇਨਕਰੀਜ਼ ਕੀਤਾ। ਚੰਦੂ ਮਾਜਰਾ ਸਾਹਿਬ ਆਪਦੇ 10 ਸਾਲ ਦਾ ਕਾਰਜਕਾਲ ਵੀ ਚੱਕ ਲਿਆ ਕਰੋ। 10 ਸਾਲਾਂ ਦੇ ਵਿੱਚ ਤੁਸੀਂ 70% ਮੈਂ ਦੁਬਾਰਾ ਰਿਪੀਟ ਕਰਦਾ, ਜਿਹੜਾ ਬਿਜਲੀ ਦੇ ਰੇਟ ਸੀ ਨਾ ਤੁਸੀਂ ਵਧਾਏ ਸੀਗੇ 70%। ਹੁਣ ਤੁਸੀਂ ਇਹਦੇ ਨਾਲ ਤੇ ਸਾਡਾ ਕੰਪੈਰੀਜ਼ਨ ਕਰ ਲਓ। ਅੱਜ ਵੀ ਜਿਹੜਾ ਮੈਂ ਫਿਰ ਕਹਿ ਰਿਹਾ 0 ਤੋਂ 100 ਤੇ ਹੈਗਾ ਜਿਹੜੀ ਯੂਨਿਟ ਆ ਉਹਦੀ 3 ਰੁਪਏ 84 ਪੈਸੇ ਯੂਨਿਟ ਹੈ, ਜਿਹੜੀ ਬਿਜਲੀ ਇੰਡਸਟਰੀ ਨੂੰ ਵੀ ਜਾਂਦੀ ਹੈ। ਪਹਿਲਾਂ ਮਹਿੰਗੀ ਲੱਗ ਕੇ ਮੈਂ ਫਿਰ ਉਸ ਚੀਜ਼ ਨੂੰ ਵੀ ਰੈਕਟੀਫਾਈ ਕਰ ਦੂੰਗਾ ਕਿ ਜਿਹੜੀ 5 ਰੁਪਏ ਯੂਨਿਟ ਮੁੱਖ ਮੰਤਰੀ ਸਾਹਿਬ ਨੇ ਵੀ ਕਹੀ ਸੀਗੀ, ਉਹ ਬੀਅਰ ਅਸੀਂ 4911 ਕਰੋੜ ਰੁਪਇਆ ਕਰਦੇ ਪਏ ਸਬਸਿਡੀ ਦੇ ਰੂਪ ਦੇ ਵਿੱਚ ਵਾਪਸ ਇੰਡਸਟਰੀ ਨੂੰ ਦਿੰਦੇ ਆ। ਦੱਸੋ ਕੀ ਗਲਤੀ ਹੈ ਜੀ? ਫਿਰ ਹੋਰ ਪੰਜਾਬ ਦੀ ਸਰਕਾਰ ਕੀ ਕਰ ਲੇ? ਚਲੋ ਆਪਾਂ ਜ਼ਿਆਦਾ ਲੰਬਾ ਨਾ ਜਾਈਏ, ਆਪਾਂ ਜ਼ਿਆਦਾ ਲੰਬਾ ਨਾ ਜਾਈਏ। ਆਪਣੇ ਅੱਜ ਰੋੜੀ ਸਾਹਿਬ ਹੁਣੀ ਰੋਜ਼ ਬਿਜਲੀ ਦੇ ਬਿੱਲ ਫਾੜਦੇ ਸੀ, ਸਾੜਦੇ ਸੀਗੇ, ਹੁਣ ਦਾ ਸਵਾਗਤ। ਚਲੋ ਰੋੜੀ ਸਾਹਿਬ ਤੁਸੀਂ ਜਵਾਬ ਦੇ ਦਿਓਗਾ, ਫਿਰ ਮੈਂ ਚੰਦੂ ਮਾਜਰਾ ਸਾਹਿਬ ਕੋਲ ਜਾਣਾ ਹੈ। ਰੋੜੀ ਸਾਹਿਬ। मलीवाल साहब, एक कहावत है, इधर उधर की बात मत करो, ये बताओ तुम्हारा इरादा क्या है। ਤੁਸੀਂ ਜਿਹੜੀ ਗੱਲ ਕੀਤੀ ਸੀ ਇਰਾਦਾ ਇਹ ਹੈ ਬਿਜਲੀ ਸਸਤੀ ਕਰਤੀ। ਜਾਖੜ ਸਾਹਿਬ ਨੂੰ ਜਦੋਂ ਪ੍ਰੈਸ ਕਾਨਫਰੰਸ ਕਰਨ ਲਈ ਭੇਜਿਆ ਸੀ ਚਿੱਟਾ ਕੁੜਤਾ ਪਜਾਮਾ ਪਵਾ ਕੇ, ਉਦੋਂ ਨਹੀਂ ਪਤਾ ਸੀ ਕਿ 45,000 ਕਰੋੜ ਰੁਪਏ ਦੇਣਾ। ਇਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਗੁੰਮਰਾਹ ਕੀਤਾ। ਤੁਸੀਂ ਝੂਠ ਬੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਸਮਝੌਤੇ ਜਿਹੜੇ ਕੀਤੇ ਆ ਕੈਂਸਲ ਕਰਾਂਗੇ। ਤੁਸੀਂ ਗੱਲਾਂ ਦਿੱਲੀ ਸਰਕਾਰ ਦੀਆਂ ਕਰਦੇ ਹੋ। ਤੁਹਾਨੂੰ ਇਹ ਪਤਾ ਕਿ ਉੱਥੇ ਹਰ ਮਹੀਨੇ 200 ਯੂਨਿਟ ਬਿਲਕੁਲ ਮੁਫਤ ਹੈ, ਕੋਈ ਲੋਡ ਦੀ ਜ਼ਰੂਰਤ ਨਹੀਂ ਚੈੱਕ ਕਰਨ ਦੀ ਕਿ ਤੁਹਾਡਾ ਘਰ ਦਾ ਲੋਡ 1 ਕਿਲੋਵਾਟ ਹੈ, 2 ਕਿਲੋਵਾਟ ਹੈ ਜਾਂ ਵੱਧ ਹੈ। ਉੱਥੇ ਕੋਈ ਐਸਸੀ ਬੀਸੀ ਜਰਨਲ ਨੂੰ ਨਹੀਂ ਦੇਖਿਆ ਜਾਂਦਾ। ਹਰ ਵਰਗ ਦੀ ਜਿਹੜੀਆਂ 200 ਯੂਨਿਟ ਹਰ ਮਹੀਨੇ, ਉੱਥੇ 2 ਮਹੀਨੇ ਬਾਅਦ ਬਿਜਲੀ ਦਾ ਬਿੱਲ ਨਹੀਂ ਆਉਂਦਾ, ਉੱਥੇ ਹਰ ਮਹੀਨੇ ਬਿਜਲੀ ਦਾ ਬਿੱਲ ਆਉਂਦਾ ਹੈ। ਜੇਕਰ ਸਰਕਾਰ ਪੰਜਾਬ ਨਾਲ ਮਿਲੀਏ ਤਾਂ 400 ਯੂਨਿਟ ਬਿਜਲੀ ਬਿਲਕੁਲ ਮੁਫਤ, 75 ਲੱਖ ਲੋਕਾਂ ਦਾ, 75% ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਦਿੱਲੀ ਵਿੱਚ 0 ਆ ਰਿਹਾ। ਤੇ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਦਾ ਬਿੱਲ ਲਾਉਣ ਲਈ ਲੋਨ ਤੇ ਲੈਣੇ ਪੈਸੇ ਲੈਣੇ ਪੈ ਰਹੇ, ਘਰ ਦੇ ਗਹਿਣੇ ਵੇਚਣੇ ਪੈ ਰਹੇ। ठीक है, चंदू माजरा साहब कुछ कहना चाह रहे हैं। मैं प्रितपाल जी आ रहे हैं ਤੁਹਾਡੇ ਕੋਲੇ ਦੁਬਾਰਾ। ਚੰਦੂ ਮਾਜਰਾ ਜੀ ਤੁਹਾਡਾ ਕਮੈਂਟ। ਪ੍ਰਿਤਪਾਲ ਜੀ ਮੈਨੂੰ ਜਰਾ ਟਾਈਮ ਦੇ ਦਿਓ ਥੋੜਾ ਜਿਹਾ। ਹਾਂਜੀ, ਪਹਿਲੀ ਗੱਲ ਤਾਂ ਜਿਹੜੀ ਇਹਦੇ ਵਿੱਚ ਬਾਲਾ ਟਾਈਮ ਨਹੀਂ ਆਪਣੇ ਕੋਲੇ, 5-6 ਮਿੰਟ ਨੇ। ਮੈਂ ਸਾਰੇ ਮਹਿਮਾਨਾਂ ਤੋਂ ਇੱਕ ਕਮੈਂਟ ਖੰਨਾ ਸਾਹਿਬ ਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਮੈਂ ਸੁਣ ਰਿਹਾ ਸੀ, ਉਹਨਾਂ ਨੇ 31 ਮਾਰਚ ਤੱਕ ਤਾਂ ਇਹ ਤੈਅ ਹੀ ਕਰਤੇ ਆ ਵੀ ਅਸੀਂ ਹੁਣ ਇਹ ਵਾਅਦਾ ਨਿਭਾ ਹੀ ਨਹੀਂ ਜਾਣਾ, ਜਿੰਨਾ ਕਰਨਾ ਸੀ ਅਸੀਂ ਕਰਤੇ ਆ, ਹੋਰ ਘਟਾ ਹੀ ਨਹੀਂ ਸਕਦੇ। ਮਤਲਬ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਾਅਦਾ ਸੀ ਉਹ ਵਿੱਚੇ ਰਹਿ ਗਿਆ। ਦੂਜੀ ਗੱਲ, ਜਿਹੜੇ ਬਿਜਲੀ ਦੇ ਰੇਟ ਵਧੇ ਨੇ ਨਾ, ਇਹ ਜਿਹੜਾ ਐਗਰੀਮੈਂਟਾਂ ਦੀ ਗੱਲ ਕਰਦੇ ਆ, ਉਹ ਤਾਂ ਜੇ ਕਰਨਾ ਚਾਹਣੇ ਕੱਲ ਵੀ ਰੱਦ ਕਰ ਸਕਦੇ ਆ, ਪਰ ਹੋ ਕੀ ਰਿਹਾ? ਐਗਰੀਮੈਂਟ ਤਾਂ ਇੱਕ ਬਹਾਨੇ ਦੇ ਰੂਪ 'ਚ ਘੜ ਰਹੇ ਆ। ਅਸਲ 'ਚ ਪੰਜਾਬ ਜਿਹੜੀ 10 ਸਾਲਾਂ ਦੀ ਗੱਲ ਬਲੀਵਾਲ ਸਾਹਿਬ ਤੁਸੀਂ ਕਰ ਰਹੇ ਹੋ, ਪੰਜਾਬ ਦੇ ਵਿੱਚ ਉਸ ਸਮੇਂ 12-12 ਘੰਟੇ ਦੇ ਕੱਟ ਲੱਗਦੇ ਹੁੰਦੇ ਸੀਗੇ।
ਤੁਸੀਂ ਕੋਈ ਉਪਰਾਲਾ ਹੀ ਨਹੀਂ ਕੀਤਾ ਸੀ ਬਿਜਲੀ ਜਨਰੇਸ਼ਨ ਦਾ, ਪਰ ਅੱਜ 24 ਘੰਟੇ ਬਿਜਲੀ ਪੰਜਾਬ ਦੇ ਵਿੱਚ ਮਿਲ ਰਹੀ ਆ, ਪਾਵਰ ਸਰਪਲਸ ਸਟੇਟ ਬਣਾਇਆ। ਤੇ ਤੁਹਾਨੂੰ ਸਿਰਫ ਦੋਵਾਂ ਪਾਰਟੀਆਂ ਨੇ, ਮੈਂ ਤਾਂ ਕਹਿੰਦਾ ਇਹ ਗੱਲ ਚੁਭਦੀ ਆ ਵੀ ਇਹ ਕਿਤੇ ਇਹ ਇੱਕ ਐਡਵਾਂਟੇਜ ਆ ਜਿਹੜੀ ਅਕਾਲੀ ਦਲ ਨੂੰ ਨਾ ਮਿਲੇ ਤਾਂ ਕਿਤੇ ਲਿਆਉਂਦੇ। ਮੈਂ ਤਾਂ ਕਹਿੰਦਾ ਵੀ ਇੱਕ 2 ਰੁਪਏ 80 ਪੈਸੇ ਉਹਨਾਂ ਐਗਰੀਮੈਂਟਾਂ ਦੇ ਵਿੱਚ ਲਿਖਿਆ ਹੋਇਆ, ਜੇ ਐਗਰੀਮੈਂਟ ਗਲਤ ਆ ਫਿਰ ਵੀ ਤੁਸੀਂ ਰੱਦ ਕਰ ਦਿਓ। ਅਸਲ ਮਾਇਨੇ 'ਚ ਕੀ ਹੋਇਆ ਕਿ ਇਹ ਜਾਖੜ ਸਾਹਿਬ ਦੀ ਸਟੇਟਮੈਂਟ ਆ, ਮੇਰੀ ਨਹੀਂ, ਵੀ ਜਿਹੜਾ ਐਡਵੋਕੇਟ ਨੰਦਾ ਜਿਹੜੇ ਸਾਰੇ ਕੇਸ ਜਿਹੜੇ ਕੋਲ ਵਾਸ਼ਿੰਗ ਦੇ ਸੀ, ਪਿਛਲੀ ਸਰਕਾਰ ਜਿੱਤਦੀ ਜਾ ਰਹੀ ਸੀ, ਇਸ ਸਰਕਾਰ ਨੇ ਆਉਂਦੇ ਹੀ ਵਕੀਲ ਬਦਲਤੇ ਸੁਪਰੀਮ ਕੋਰਟ ਦੇ ਵਿੱਚ। ਕਿਉਂ ਬਦਲੇ ਗਏ ਉਹ ਵਕੀਲ ਕੇਸ ਆਰਨ ਦੇ ਨਾਲ 4000 ਕਰੋੜ ਰੁਪਇਆ ਪੰਜਾਬ ਨੂੰ ਜਿਹੜਾ ਹੈਗਾ ਉਹਦਾ ਵਾਧੂ ਭੁਗਤਣਾ ਪੈ ਰਿਹਾ, ਉਹ ਆ। ਦੂਜਾ ਗੱਲ, ਇਹ ਸਬਸਿਡੀਆਂ ਨਹੀਂ ਲਾ ਸਕੇ ਖੇਤੀ ਸੈਕਟਰ ਦੀਆਂ, ਐਗਰੀਕਲਚਰ ਦੀਆਂ 5600 ਕਰੋੜ ਦੇ ਕਰੀਬ ਉਹ ਬਕਾਇਆ ਬਚਦਾ ਸੀ, ਇਹ 10000 ਕਰੋੜ ਦਾ ਬਕਾਇਆ ਇਹਨਾਂ ਲੋਕਾਂ ਦੀਆਂ ਜੇਬਾਂ ਚੋਂ ਕੱਢਿਆ ਜਾ ਰਿਹਾ। ਤਾਂ ਮੈਂ ਇੱਕ ਵਾਰੀ ਫੇਰ ਕਹਿਣਾ ਵੀ ਤੁਸੀਂ 4.5 ਸਾਲ ਕੇਵਲ ਤੇ ਕੇਵਲ ਜਿਹੜਾ ਲੋਕਾਂ ਦੀਆਂ ਜੇਬਾਂ ਚੋਂ ਕੱਢ ਦੇ ਰਹੇ ਆ, ਜੇ ਦੇਣ ਦੀ ਵਾਰੀ ਸੀ ਯਾਰ ਤੁਸੀਂ ਬਗਾਨਿਆਂ ਨੂੰ ਸੀਤਾਫਲ ਖਿਲਾਈ ਜਾਂਦੇ ਹੋ, ਆਪਣੇ ਨੂੰ ਲੋਲੀਪੌਪ ਦੇਈ ਜਾਂਦੇ ਹੋ। ਇਹ ਤਾਂ ਨਹੀਂ ਹੁਣ ਪੰਜਾਬ ਦੇ ਲੋਕਾਂ ਨੇ ਚੱਲਣਾ, ਇਹ ਸਾਰੀਆਂ ਚੀਜ਼ਾਂ ਲੋਕ ਸਮਝਣ ਲੱਗ ਪਏ। ਠੀਕ ਹੈ ਚੰਨੀ ਸਾਹਿਬ ਤੁਸੀਂ ਸੁਣੀ ਹੋਣੀ ਹੈ ਪੂਰੀ ਕਨਵਰਸੇਸ਼ਨ, ਕਿਉਂਕਿ ਇਹ ਜਦੋਂ ਸਿਆਸੀ ਗੱਲਾਂ ਬਾਤਾਂ ਹੁੰਦੀਆਂ ਉਦੋਂ ਫਿਰ ਬਹੁਤ ਕੁਝ ਪੁਰਾਣਾ ਵੀ ਨਿਕਲ ਕੇ ਸਾਹਮਣੇ ਆ ਜਾਂਦਾ ਹੈ। ਸੋ ਤੁਹਾਡਾ ਕਮੈਂਟ। ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਕੋਈ ਵੀ ਪਾਰਟੀ ਮੈਨੀਫੈਸਟੋ ਬਣਾਉਂਦੀ ਹੈ ਕਿ ਉਹਨਾਂ ਨੂੰ ਇਹ ਦੇਖਣਾ ਨਹੀਂ ਚਾਹੀਦਾ ਕਿ ਜਿਹੜਾ ਸਟੇਟ ਦੀ ਸਿਚੁਏਸ਼ਨ ਕੀ ਹੈ, ਸਥਿਤੀ ਕੀ ਹੈ। ਹਾਂ, ਅਸੀਂ ਸਥਿਤੀ ਕੀ ਹੈ ਔਰ ਅਸੀਂ ਲੋਕਾਂ ਨਾਲ ਵਾਅਦੇ ਕਰਦੇ ਹਾਂ ਬਿਨਾਂ ਸਥਿਤੀ ਨੂੰ ਦੇਖਿਆ, ਪੜ੍ਹਿਆ, ਲਿਖਿਆ, ਵਿਚਾਰਿਆ ਵੀ ਇਹਦਾ ਕੀ ਫੈਸਲਾ ਹੋਏਗਾ, ਏਦਾਂ ਦੇ ਅਸੀਂ ਵਾਅਦੇ ਕਰਦੇ ਹਾਂ। ਔਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਅਸੀਂ ਇਹ ਵਾਅਦਾ ਕੀਤਾ ਸੀਗਾ ਵੀ ਜਿੰਨੇ ਅਸੀਂ ਵਾਅਦੇ ਜੋ ਠੱਗੀਆਂ ਵਾਲੇ ਵਾਅਦੇ ਹੈਗੇ ਨੇ ਉਹ ਪਿਛਲੇ 6 ਮਹੀਨਿਆਂ 'ਚ ਪੂਰੇ ਕਰਾਂਗੇ। ਇਹ ਅਸੀਂ ਜਦੋਂ ਸਰਕਾਰ ਬਣੇਗੀ ਗੁਟਕਾ ਸਾਹਿਬ ਫੜ ਕੇ 100 ਖਾ ਕੇ ਜਿਹੜੀਆਂ ਗੱਲਾਂ ਕੀਤੀਆਂ ਉਹ ਅਸੀਂ ਪਹਿਲੇ ਸਾਲ ਤੋਂ ਲਾਗੂ ਕਰਨੀਆਂ ਕਿ ਅਸੀਂ ਪਿਛਲੇ 6 ਮਹੀਨਿਆਂ ਵਿੱਚ ਲਾਗੂ ਕਰਨੀਆਂ ਨੇ। ਔਰ ਇਹਦੇ ਦੀ ਮਨੀ ਹੁਣ ਤੁਹਾਡੇ ਪੇ ਕਮਿਸ਼ਨ ਦੀ ਰਿਪੋਰਟ ਆਈ ਹੈ 2.5 ਗੁਣਾ, ਉਹਨਾਂ ਕਹਿੰਦੇ ਅਸੀਂ ਸੈਲਰੀ ਤੇ ਪੈਨਸ਼ਨ ਵਧਾ ਦਿਓ। ਐਮਡੀ ਨੇ ਸਾਰੀ ਚੱਕ ਕੇ ਮਾਰੀ ਉਹ ਫਾਈਲ ਉਹਨਾਂ ਦੀ, ਉਹ ਕਹਿੰਦੇ ਕੈਬਨਿਟ ਦੇਖ ਕੇ ਕਿੱਥੋਂ ਆਉਣੇ ਪੈਸੇ, ਵੇਅਰ ਇਜ਼ ਦੀ ਮਨੀ, ਪੈਸਾ ਕਿੱਥੇ ਹੈ, ਦੇਣਾ ਕਿੱਥੋਂ ਹੈ। ਇਹ ਤਾਂ ਕ੍ਰਾਸ ਕਰਕੇ ਇੱਕ ਡਰਾਮਾ ਜਿਹਾ ਕਰ ਲਿਆ। ਜਾਂ ਮੈਂ ਇੱਕ ਗੱਲ ਤਾਂ ਮੈਂ ਫਾਰਮ ਸੈਕਟਰ ਦੇ ਖਿਲਾਫ ਨਹੀਂ ਹੈਗਾ ਵੀ ਉਹਨਾਂ ਨੂੰ ਬਿਜਲੀ ਕਿਉਂ ਮੁਫਤ ਹੈ, ਮੈਂ ਇਸ ਗੱਲ ਦੇ ਵੀ ਖਿਲਾਫ ਨਹੀਂ ਹੈਗਾ ਵੀ ਚਾਹੇ ਲੇਡੀਜ਼ ਨੂੰ ਇਹਨਾਂ ਨੇ ਹੋਰ ਕਰੋਨਾ ਕਾਲ ਦੇ ਵਿੱਚ ਮੁਫਤ ਸਹੂਲਤ ਦੇ ਕੇ ਸਫਰ ਦੀ ਤੇ ਉਹਦੇ ਚ ਵੀ ਕੰਮ ਕਰਤਾ। ਇਹ ਕੋਈ ਚੰਗੀ ਕੰਮ ਜਿਹੜੀ ਸਿਆਣੀ ਗੱਲ ਹੈ, ਕੋਈ ਪੜ੍ਹਿਆ ਲਿਖਿਆ ਵਾਲੀ ਗੱਲ ਹੈ, ਉਹੋ ਜਿਹੀ ਗੱਲ ਕਿਉਂ ਨਹੀਂ ਕਰਦੇ। ਦੇ ਸ਼ੁੱਡ ਜਨਰੇਟ ਮਨੀ, ਦੇ ਸ਼ੁੱਡ ਨਾਟ ਗੈਟ ਇਨਟੂ ਸਕੈਮਸ। ਜੇ ਤੁਸੀਂ ਜਿਵੇਂ ਆਪਾਂ ਬਿਜਲੀ ਵਾਸਤੇ ਕਹਿੰਦੇ ਆ ਕਿ ਜਿਹੜੀ ਬਿਜਲੀ ਬਚਾ ਰਹੀ ਬਿਜਲੀ ਜਨਰੇਟ ਕਰਨਾ, ਉਹ ਇਟਸ ਮੋਰ ਦੈਨ ਜਨਰੇਸ਼ਨ, ਕਿਉਂਕਿ ਉਹਦੀ ਟਰਾਂਸਮਿਸ਼ਨ ਲਾਸ ਨਹੀਂ ਹੈ, ਉਹਦੇ ਕੁੰਡੀ ਲਾਸ ਨਹੀਂ, ਪਰ ਇਹ ਉਹ ਕੰਮ ਤਾਂ ਕਰਦੇ ਨਹੀਂ। ਰੈਵਨਿਊ ਜਨਰੇਟ ਨਹੀਂ ਕਰਨਾ, ਰੈਵਨਿਊ ਵਧਾਉਣਾ ਨਹੀਂ, ਬਚਾਉਣਾ ਨਹੀਂ, ਔਰ ਜਿਹੜੀਆਂ ਲਾਇਬਿਲਿਟੀਜ਼ ਇਕੱਠੇ ਕਰੀ ਜਾਂਦੇ ਨੇ। ਔਰ ਆਈ ਥਿੰਕ ਜਿਹੜਾ ਕੁਝ ਵੀ ਹੋਇਆ ਉਹ ਸਾਰਾ ਫਿਊਚਰ ਗਵਰਨਮੈਂਟ ਤੇ ਹੀ ਪਾਇਆ ਜਾਣਾ। ਇਹਨਾਂ ਨੇ ਆਪ ਕੁਝ ਨਹੀਂ ਕਰਨਾ ਔਰ ਉਦਾਂ ਹੀ ਇਹ ਟਾਈਮ ਲੰਘ ਜਾਣਾ। ਕੌਣ ਦਾ ਕਮਿਸ਼ਨ ਬਣਿਆ ਹੋਇਆ, ਕੌਣ ਦੀਆਂ ਰਿਪੋਰਟਾਂ 2016 ਤੇ 21 ਚ ਅਸੀਂ ਆ ਗਏ ਤੱਕ ਤਾਂ ਪ੍ਰਿਤਪਾਲ ਜੀ ਬਹੁਤ ਛੋਟਾ ਜਿਹਾ ਕਮੈਂਟ। ਮੈਂ ਕਮੈਂਟ ਕੀ ਕਰਾਂ, ਚੰਨੀ ਸਾਹਿਬ ਆਪਦੀ ਪਾਰਟੀ ਨੂੰ ਕੰਟਰਾਡਿਕਟ ਕਰੀ ਜਾਂਦੇ ਆ। ਮੋਦੀ ਜੀ ਦੇ ਵਾਅਦੇ ਨਹੀਂ ਸੁਣ ਕੇ ਉਹਦੇ ਮੇਰੇ ਹਿਸਾਬ ਨਾਲ ਬਹੁਤ ਸੁਣੇ ਹੋਣਗੇ, ਬਥੇਰੀਆਂ ਕੁਝ ਕਿਹਾ, ਅਸੀਂ ਤਾਂ ਇੰਪਲੀਮੈਂਟ ਕਰਦੇ, ਉਹਨਾਂ ਨੇ ਤਾਂ ਇੰਪਲੀਮੈਂਟ ਵੀ ਜ਼ੀਰੋ ਕੀਤੀਆਂ। ਹੁਣ ਇਹ ਕਰਦੇ ਸੀ ਬਿਜਲੀ ਸੋਧ ਕਾਨੂੰਨ ਤਾਂ ਤੁਸੀਂ ਲੈ ਕੇ ਆ ਰਹੇ ਹੋ ਜਨਾਬ, ਉਹ ਕੌਣ ਲੈ ਕੇ ਆ ਰਿਹਾ, ਉਹਦਾ ਇਹਦਾ ਕਿਸਾਨ ਵਿਰੋਧ ਕਰਦੇ ਨੇ। ਦੂਜੀ ਮੇਰੇ ਭਰਾ ਚੰਦੂ ਮਾਜਰਾ ਜੀ ਨੇ ਗੱਲ ਕੀਤੀ ਕਿ 10 ਸਾਲਾਂ ਦੇ ਵਿੱਚ ਕੱਟ ਲੱਗਦੇ ਸੀ, ਮੈਂ 70% ਇਨਕਰੀਜ਼ ਦੀ ਗੱਲ ਕੀਤੀ, ਉਹਦਾ ਜਵਾਬ ਕੋਈ ਨਹੀਂ ਦਿੱਤਾ ਉਹਨਾਂ ਨੇ ਕਿ ਸਾਡੇ ਰਾਜ 'ਚ 70% ਇਨਕਰੀਜ਼ ਹੋਈ ਸੀ, ਹੁਣ ਇਨਕਰੀਜ਼ ਹੋ ਰਹੀ ਹੈ, ਅਸੀਂ ਸਵਾਗਤ ਕਿਵੇਂ ਕਰੀਏ। ਤੀਜੀ ਗੱਲ ਇਹਨਾਂ ਨੇ ਕਿਹਾ ਕਿ ਬਿਜਲੀ ਦੇ ਸਮਝੌਤਿਆਂ ਦੇ ਵਿੱਚ ਬਿਜਲੀ ਕੰਪਨੀਆਂ ਨਾਲ ਰਲ ਗਏ, ਉਹ ਕੰਟਰੈਕਟ ਕੀਤੇ ਭਰਾਵਾ ਤੁਸੀਂ ਸਾਈਨ ਕਰਕੇ ਆਏ ਹੋ। ਮੈਂ ਕਿਹਾ ਕਾਲੇ ਕਾਨੂੰਨਾਂ ਦੇ ਵੀ ਸਾਈਨ ਇਹਨਾਂ ਦੇ ਹੋਇਆ, ਫਿਰ ਮੁੱਕਰ ਗਏ। ਹੁਣ ਇਹ ਬਿਜਲੀ ਸਮਝੌਤਿਆਂ ਦੇ ਵਿੱਚ ਸਾਈਨ ਇਹਨਾਂ ਦੇ ਹੋਇਆ, ਮੁੱਕਰੀ ਜਾਂਦੇ ਆ, ਉੱਥੇ ਵੀ ਕਾਂਗਰਸ ਦੀ ਗਲਤੀ ਦੱਸੀ ਜਾਂਦੇ ਆ। ਮੈਂ ਹੁਣ ਦੱਸੋ ਵਿਜੇਪਾਲ ਜੀ ਕੀ ਕਹਾ ਮੈਂ ਰੋੜੀ ਸਾਹਿਬ ਨੂੰ ਪੁੱਛਿਆ 2300 ਕਰੋੜ ਦਾ ਲੋਲੀਪੌਪ ਦੇ ਕੇ ਤੁਸੀਂ 15,000 ਕਰੋੜ ਦਾ ਬਰਡਨ ਚੱਲਣ ਵਾਲੀ ਸਰਕਾਰ ਤੇ ਸਵਾਲ ਪੁੱਛਦੇ ਹੋ, ਉਹਦਾ ਜਵਾਬ ਇਹਨਾਂ ਨੇ ਦਿੱਤਾ ਨਹੀਂ। ਮੈਂ ਨਾ ਸਗੋਂ ਕਿ ਤੁਹਾਨੂੰ ਸਵਾਗਤ ਕਰਨਾ ਚਾਹੀਦਾ। ਹੁਣ ਇਹਨਾਂ ਦਾ ਬਿਜਲੀ ਬਿੱਲ ਨਹੀਂ ਸਾੜੇ ਜਾਣੇ, ਕਮਲ ਦਾ ਇਹ ਆ। ਇੱਕ ਗੱਲ ਜਿਹੜੀ ਚੰਨੀ ਸਾਹਿਬ ਨੇ ਕਹੀ ਹੈ ਵੀ ਸਰਕਾਰਾਂ ਜਦੋਂ ਮੈਨੀਫੈਸਟੋ ਬਣਾਉਂਦੀਆਂ ਕਿ ਉਦੋਂ ਸਟੇਟ ਦੀ ਪੋਜੀਸ਼ਨ ਦਾ ਪਤਾ ਨਹੀਂ ਹੁੰਦਾ, ਉਦੋਂ ਤੁਹਾਨੂੰ ਨਹੀਂ ਅਹਿਸਾਸ ਸੀ ਇਸ ਗੱਲ ਦਾ ਜਦੋਂ ਵੱਡੇ ਵੱਡੇ ਦਾਅਵੇ ਕੀਤੇ ਗਏ। ਕੈਪਟਨ ਸਾਹਿਬ ਦੇ ਅੱਜ ਵੀ ਜਿਹੜੇ ਨੇ ਵੀਡੀਓ ਚੱਲਦੇ ਨੇ ਸੋਸ਼ਲ ਮੀਡੀਆ ਤੇ ਕਿ ਜੋ
ਬੈਂਕਾਂ ਦਾ ਕਰਜ਼ਾ ਹੈ, ਕਿਸੇ ਨੇ ਕਿਸੇ ਕੋਆਪਰੇਟਿਵ ਬੈਂਕ ਦਾ ਕਰਜ਼ਾ ਹੈ, ਕਿਸੇ ਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਪੈਣੀ, ਸਾਰਾ ਮਾਫ ਕਰਾਂਗੇ। ਮੁੜ ਕੇ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਸ਼ਰਤਾਂ, ਫਿਰ ਵਿਜੇਪਾਲ ਜੀ ਇੱਕ ਸਵਾਲ ਦਾ ਜਵਾਬ ਲੈ ਲਿਓ। ਛੋਟੀ ਜਿਹੀ ਲਾਈਨ ਲਿਖੀ ਜਾਂਦੀ ਹੈ ਜਿਹੜੀ ਜਾਖੜ ਸਾਹਿਬ ਨੇ ਸਟੇਟਮੈਂਟ ਦਿੱਤੀ ਆ ਵੀ ਐਡਵੋਕੇਟ ਜਨਰਲ ਕੇਸ ਆ ਰਹੇ ਆ 4200 ਕਰੋੜ ਰੁਪਏ ਦਾ ਸਕੈਂਡਲ ਹੋਇਆ, ਉਦੋਂ ਵਿਜੇਪਾਲ ਜੀ ਤੁਸੀਂ ਮੇਰੇ ਨਾਲ ਸਹਿਮਤ ਹੋਗੇ। ਇਹ ਕਹਿੰਦਾ 31000 ਕਰੋੜ ਦਾ ਸਿੱਧਾ ਹੀ ਬੰਬ ਡਿੱਗ ਪਿਆ ਸੀ ਸਾਡੇ ਅਹੁਦੇ ਸਾਰ। ਇੱਕ 7000 ਕਰੋੜ ਰੁਪਏ ਦੇ ਬਕਾਏ ਵੀ ਛੱਡ ਗਏ ਸੀ ਜਿਹੜੇ ਬਿੱਲ ਆ ਕੇ ਪਾਸ ਕਰ। 40000 ਕਰੋੜ ਰੁਪਏ ਦਾ ਜਿਹੜਾ ਪਤਾ ਹੀ ਨਹੀਂ ਸੀਗਾ ਖੂਹ ਖਾਤਿਓਂ ਨਿਕਲ ਕੇ ਆ ਕੇ ਅੱਗੇ ਬਹਿ ਗਿਆ ਤੇ ਅਸੀਂ ਕਰੀਏ ਨਾ ਕਰੀਏ 2 ਸਾਲ ਦਾ ਕੋਵਿਡ ਖਾ ਗਿਆ ਤੇ ਦੱਸੋ ਕਿਵੇਂ ਕਰੀਏ ਸਾਰਾ ਕੁਝ। ਮੈਂ ਵਿਜੇਪਾਲ ਜੀ ਵਿਜੇਪਾਲ ਜੀ ਜਦੋਂ ਸਾਡੀ ਸਰਕਾਰ ਸੀ ਉਦੋਂ ਨੈਸ਼ਨਲ ਗ੍ਰਿਡ 'ਚ ਵੀ ਸਭ ਤੋਂ ਮਹਿੰਗੀ ਬਿਜਲੀ ਮਿਲਦੀ ਹੁੰਦੀ ਸੀ। ਉਸ ਸਮੇਂ 2 ਰੁਪਏ 80 ਪੈਸੇ ਦੇ ਯੂਨਿਟ ਸਭ ਤੋਂ ਸਸਤੇ ਐਗਰੀਮੈਂਟ ਹੋਏ ਸੀ। ਮੈਂ ਤਾਂ ਇੱਕੋ ਸਵਾਲ ਪੁੱਛਦਾ ਵੀ ਜਾਖੜ ਸਾਹਿਬ ਦੀ ਸਟੇਟਮੈਂਟ ਆ ਇਹ ਵੀ ਐਡਵੋਕੇਟ ਜਨਰਲ ਨੰਦਾ ਨੇ ਸਕੈਂਡਲ ਕੀਤਾ, ਕੇਸ ਆ ਰਹੇ ਆ, ਉਹ ਮਿਲੀ ਭੁਗਤ ਨਾਲ ਹਾਰੇ ਆ, 4200 ਕਰੋੜ ਰੁਪਇਆ ਤੁਹਾਡੀਆਂ ਜੇਬਾਂ 'ਚ ਆਇਆ, ਤੁਹਾਡੀ ਸਰਕਾਰ ਦੀਆਂ ਜੇਬਾਂ 'ਚ ਆਇਆ ਤੇ ਉਹ ਤੁਸੀਂ ਲੋਕਾਂ ਦੀਆਂ ਜੇਬਾਂ 'ਚੋਂ ਕੱਢ ਰਹੇ ਹੋ। ਅਸਲ ਕਹਾਣੀ ਤਾਂ ਇਹ ਆ। ਹੁਣ ਤੁਸੀਂ ਇਹਨੂੰ ਜਿਹੜੇ ਮਰਜ਼ੀ ਤੁਸੀਂ ਕਹਿੰਦੇ 70% ਸੀ ਜਾਂ 65% ਸੀ, ਇਸ ਚੀਜ਼ 'ਚ ਨਾ ਜਾਓ। ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਸੀ ਅਕਾਲੀਆਂ ਦੇ ਰਾਜ ਦੇ ਵਿੱਚ ਇਹੀ ਪੰਜਾਬ, ਅੱਜ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲਾ ਸੂਬਾ। ਇਹ ਲੋਕਾਂ ਨੂੰ ਜਾ ਕੇ ਪੁੱਛੋ, ਲੋਕਾਂ ਦੇ ਜਿਨ੍ਹਾਂ ਨੂੰ ਜੇਬਾਂ 'ਚ ਪੈਸੇ ਕੱਢਣੇ ਪੈਂਦੇ ਆ ਨਾ ਉਹਨਾਂ ਨੂੰ ਜਾ ਕੇ ਪੁੱਛੋ ਤੁਹਾਨੂੰ ਪਹਿਲਾਂ ਘੱਟ ਕੱਢਣੇ ਪੈਂਦੇ ਜਾਂ ਹੁਣ ਵੱਧ ਕੱਢਣੇ ਪੈਂਦੇ ਆ। ਰੋੜੀ ਸਾਹਿਬ ਆਖਰੀ ਕਮੈਂਟ ਬਹੁਤ ਛੋਟਾ ਜਿਹਾ। ਰੋੜੀ ਸਾਹਿਬ ਦੇਖੋ ਵੀਰ ਜੀ ਬੇਨਤੀ ਇੱਕ ਹੈ ਕਿ ਸਾਰੇ ਲੋਕਾਂ ਨੂੰ ਪਤਾ ਕਿ ਬਾਦਲ ਸਾਹਿਬ ਦੀ ਪਾਰਟੀ ਨੇ ਗਲਤ ਸਮਝੌਤੇ ਕੀਤੇ ਗੁਜਰਾਤ ਦੇ ਮੁਕਾਬਲੇ। ਗੁਜਰਾਤ ਦੇ ਵਿੱਚ ਬਿਲਕੁਲ ਕੋਈ ਫਿਕਸ ਚਾਰਜ ਨਹੀਂ ਇਕੱਠੇ ਹੋਏ, ਸ਼ਾਸਨ ਦੇ ਵਿੱਚ ਜਿਹੜਾ ਆਪਣੇ ਫਿਕਸ ਚਾਰਜ ਹੋਏ ਤੇ ਇੱਥੇ ਵੀ ਹੋਏ ਆ, ਉਹ ਬਾਦਲ ਸਾਹਿਬ ਨੇ ਗਲਤ ਕੀਤੇ ਆ। ਔਰ ਕਾਂਗਰਸ ਨੇ ਵਾਅਦਾ ਕੀਤਾ ਸੀ ਅਸੀਂ ਅੱਗੇ ਰੱਦ ਕਰਾਂਗੇ। ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਕੋਈ ਬੇਨਤੀ ਕਰਾਂਗਾ ਕਿ ਇੱਕ ਵਾਰ ਮੌਕਾ ਦੇਣਾ ਚਾਹੀਦਾ ਕਿ ਸਾਫ਼ ਸੁਥਰੀ ਆਮ ਆਦਮੀ ਪਾਰਟੀ ਨੂੰ, ਜਿਵੇਂ ਦਿੱਲੀ ਵਿੱਚ ਜੋ ਕਿਹਾ ਉਹ ਕਰਕੇ ਦਿਖਾਇਆ, ਪੰਜਾਬ ਵਿੱਚ ਇੱਕ ਮੌਕਾ 2022 ਦੇਣ ਪੰਜਾਬ ਦੇ ਲੋਕਾਂ ਨੂੰ। ਅਸੀਂ ਸਸਤੀ ਤੇ ਜਿਹੜੀ ਠੀਕ ਹੈ ਚੰਨੀ ਸਾਹਿਬ ਆਖਰੀ ਕਮੈਂਟ 30 ਸੈਕਿੰਡ ਚੰਨੀ ਸਾਹਿਬ। ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਜਿਹੜੇ ਵਾਅਦੇ ਕੀਤੇ ਨੇ ਉਹ ਪਹਿਲਾਂ ਇੰਨੇ ਸੀਰੀਅਸਲੀ ਕੀਤੇ ਨੇ ਔਰ ਉਹਨਾਂ ਬਾਰੇ ਕੀ ਡਿਲੀਵਰ ਹੋਇਆ ਸਾਰੀ ਜਨਤਾ ਨੂੰ ਪਤਾ ਹੈ। ਔਰ ਜਿਹੜੀਆਂ ਇਹ ਲੋਲੀਪੌਪਸ ਹੁਣ ਮਿਲ ਰਹੇ ਨੇ, ਦੇ ਰਹੇ ਨੇ, ਅਜੇ ਹੋਰ ਵੀ ਮਿਲਣਗੇ, ਉਹ ਕਿਸੇ ਕੰਮ ਨਹੀਂ ਆਣੇ ਕਿਉਂਕਿ ਤੁਸੀਂ ਲੋਕਾਂ ਦੇ ਜਾ ਕੇ ਦੇਖੋ ਕੀ ਹੋ ਰਿਹਾ, ਕੀ ਲੋਕ ਤੁਹਾਨੂੰ ਸਮਝ ਰਹੇ ਨੇ ਔਰ ਇਹ ਗੱਲਾਂ ਨਹੀਂ ਠੀਕ ਹੈਗੀਆਂ। ਔਰ ਮੈਂ ਹਰੇਕ ਪੋਲੀਟੀਕਲ ਪਾਰਟੀ ਨੂੰ ਬੇਨਤੀ ਕਰਾਂਗਾ ਕਿ ਮੈਨੀਫੈਸਟੋ ਬਣਾਓ ਧਿਆਨ ਨਾਲ, ਜੋ ਵਾਅਦੇ ਪੂਰੇ ਕਰਨੇ ਆ ਉਹ ਪਹਿਲੇ ਸਾਲ ਤੋਂ ਲਾਗੂ ਹੋਣੇ ਚਾਹੀਦੇ ਨੇ। ਬਿਲਕੁਲ 6 ਮਹੀਨਿਆਂ 'ਚ ਅਗਲੀ ਸਰਕਾਰਾਂ ਦੀਆਂ ਲਾਇਬਿਲਿਟੀਜ਼ ਕ੍ਰੀਏਟ ਕਰਕੇ ਨਹੀਂ ਜਾ ਸਕਦੇ ਤੁਸੀਂ। ਠੀਕ ਹੈ ਚੰਨੀ ਸਾਹਿਬ, ਸਮਾਂ ਖਤਮ ਹੋ ਗਿਆ, ਮਾਫੀ ਚਾਹੁੰਦਾ ਮੈਂ ਸਾਰੇ ਮਹਿਮਾਨਾਂ ਤੋਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ, ਇਸ ਬਹਿਸ ਦੇ ਵਿੱਚ ਹਿੱਸਾ ਲਿਆ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ ਦੇ ਨੁਮਾਇੰਦੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ। ਕਾਫੀ ਤਰਕ ਵਿਤਰਕ ਹੋਏ ਨੇ ਔਰ ਇਹੋ ਜਿਹੀ ਡਿਬੇਟ ਜਿਹੜੀ ਆ ਉਹ ਇੱਕ ਚੰਗੇ ਨਜ਼ਰੀਏ ਨਾਲ ਦੇਖੀ ਜਾਂਦੀ ਹੈ ਕਿਉਂਕਿ ਉਸ ਦੇ ਵਿੱਚ ਜੋ ਵਾਅਦੇ ਦਾਅਵੇ ਨੇ ਉਹਨਾਂ ਦੀ ਰੈਪੀਟੀਸ਼ਨ ਹੋ ਜਾਂਦੀ ਹੈ, ਉਹ ਸਾਹਮਣੇ ਆ ਜਾਂਦੇ ਆ। ਲੋਕਾਂ ਨੂੰ ਇੱਕ ਵਾਰੀ ਫਿਰ ਗੋ ਥਰੂ ਹੋ ਜਾਂਦਾ ਕਿ ਕਿਹੜੀਆਂ ਚੀਜ਼ਾਂ ਦੇ ਵਾਅਦੇ ਕੀਤੇ ਗਏ ਸੀ ਔਰ ਕਿਹੜੇ ਅੱਜ ਤੱਕ ਮੁਕੰਮਲ ਹੋਏ ਨੇ। ਔਰ ਹੁਣ ਕਿਉਂਕਿ ਇਲੈਕਸ਼ਨਾਂ ਦਾ ਟਾਈਮ ਆ ਗਿਆ ਇਸ ਕਰਕੇ ਪਾਰਟੀਆਂ ਜ਼ਿਆਦਾ ਐਕਟਿਵ ਹੋ ਜਾਂਦੀਆਂ ਨੇ। ਸੋ ਇੱਕ ਵਾਰੀ ਫਿਰ ਅਸੀਂ ਤੁਹਾਨੂੰ ਸਾਡੇ ਸਹਿਯੋਗੀ ਪੰਕਜ ਕਪਾਹੀ ਵੱਲੋਂ ਕੀਤੀ ਐਕਸਕਲੂਸਿਵ ਗੱਲਬਾਤ ਸੁਣਾਉਣੇ ਆ, ਜਿਹੜੀ ਕਮਿਸ਼ਨ ਦੇ ਚੇਅਰਮੈਨ ਨੇ, ਜਿਹੜੇ ਬਿਜਲੀ ਰੈਗੂਲੇਟਰੀ ਕਮਿਸ਼ਨ ਹੈ ਉਸ ਦੇ ਚੇਅਰਮੈਨ ਵੱਲੋਂ ਜੋ ਅੱਜ ਦੀ ਇਸ ਰਿਪੋਰਟ ਬਾਰੇ ਜਾਂ ਅੱਜ ਦਾ ਜੋ ਫੈਸਲਾ ਲਿਆ ਗਿਆ ਬਿਜਲੀ ਟੈਰਿਫ ਦੇ ਵਿੱਚ ਰਿਆਇਤ ਦੇਣ ਬਾਰੇ, ਉਸ ਬਾਰੇ ਕੀ ਉਹਨਾਂ ਨੇ ਤਕਨੀਕੀ ਪੱਖ ਦੱਸੇ ਨੇ, ਉਹ ਗੱਲਬਾਤ ਐਕਸਕਲੂਸਿਵ ਗੱਲਬਾਤ ਇੱਕ ਵਾਰੀ ਫਿਰ ਦੇਖੋ। ਪੰਜਾਬ 'ਚ ਘਰੇਲੂ ਉਤਪਾਦ ਦੇ ਬਿਜਲੀ ਦੇ ਰੇਟਾਂ 'ਚ ਕਮੀ ਆਈ ਹੈ। ਕਿੰਨੀ ਕਮੀ ਆਈ ਹੈ, ਕਿਸ ਤਰੀਕੇ ਦੇ ਨਾਲ ਇਸ ਵੇਲੇ ਪੰਜਾਬ ਸਰਕਾਰ ਦਾ ਫੈਸਲਾ ਹੈ। ਮੇਰੇ ਨਾਲ ਚੇਅਰਮੈਨ ਨੇ ਵਿਸ਼ਵਜੀਤ ਖੰਨਾ ਹੋਰੀ। ਖੰਨਾ ਸਾਹਿਬ, ਕਿਸ ਤਰੀਕੇ ਦੇ ਨਾਲ, ਅਗਰ ਪੂਰਾ ਵੇਰਵਾ ਮੈਂ ਸਮਝਣਾ ਚਾਹੂੰਗਾ, ਇਹ ਕਿਹਾ ਜਾ ਰਿਹਾ ਸਰਕਾਰ ਵੱਲੋਂ ਕਿ 682 ਕਰੋੜ ਪੰਜਾਬ ਦੇ ਲੋਕਾਂ ਦੇ ਬਚਣਗੇ ਇਸ ਨਵੇਂ ਟੈਰਿਫ ਪਲਾਨ ਨਾਲ। ਠੀਕ ਹੈ, ਦਾ ਟੋਟਲ ਜਿਹੜਾ ਕੈਲਕੂਲੇਸ਼ਨ ਅਸੀਂ ਕਰੀ ਹੈ, ਕਮਿਸ਼ਨ ਦਾ ਕੰਮ ਇਹ ਹੈ ਕਿ ਐਨੂਅਲ ਜਿਹੜੀ ਰੈਵਨਿਊ ਰਿਕੁਆਇਰਮੈਂਟ ਹੈ ਸਾਡੀ ਜਨਰੇਟਿੰਗ ਕੰਪਨੀ ਦੀ, ਡਿਸਟ੍ਰੀਬਿਊਸ਼ਨ ਕੰਪਨੀ ਦੀ, ਟਰਾਂਸਮਿਸ਼ਨ ਕੰਪਨੀ ਦੀ, ਇਹਨਾਂ ਦੀ ਵਰਕਆਊਟ ਕਰੀਆਂ ਜਾਏ। ਉਹਦੇ ਮੁਤਾਬਕ ਟੈਰਿਫ ਅਕੋਰਡਿੰਗਲੀ ਤਾਂ ਕਿ ਰਿਕਵਰੀ ਉਹਦੀ ਪੂਰੀ ਹੋ ਸਕੇ ਉਹ ਫਿਕਸ ਕਰਿਆ ਜਾਂਦਾ। ਤਾਂ ਇਸ ਵਾਰੀ ਜਿਹੜਾ ਟੈਰਿਫ ਵਰਕਆਊਟ ਕਰਿਆ ਫॉर PSPCL, ਉਹਦੇ ਮੁਤਾਬਕ ਜਿਹੜੀ ਟੈਰਿਫ ਰਿਡਕਸ਼ਨਸ ਜਾਂ ਇਨਕਰੀਜ਼ ਪ੍ਰਪੋਜ਼ ਕਰ ਰਹੇ ਹਾਂ। तो कोविड करके असी जी कमीशन ने भी बड़ा सोच समझ के फैसला कराया कि जो पूरे सैक्शन जो ऑलरेडी काफ़ी सफ़र कर रहे हैं उन्होंने जिन्नी राहत मिल सके वो दी जाए। इस करके लोएस्ट जोड़े वीकेस्ट सैक्शन ऑफ सोसाइटी हैं, जोड़े
ਤੋਂ 7 ਕੁਝ 2 ਤੋਂ ਕਿਲੋਵਾਟ ਤੋਂ ਘੱਟ ਜਿਹੜੇ ਕਨੈਕਸ਼ਨ ਹੈ ਔਰ 2 ਤੋਂ 7 ਤੱਕ ਦੇ ਜਿਹੜੇ ਕਨੈਕਸ਼ਨ ਹੈ ਉਹਨਾਂ ਦੇ ਲੋਐਸਟ ਸਲੈਬਸ ਤੇ ਅਸੀਂ ਰਿਬੇਟ ਦਿੱਤਾ, ਟੈਰਿਫ ਰਿਡਿਊਸ ਕਰਿਆ। ਉਸ ਤੋਂ ਜਿਹੜੇ ਹਾਇਰ ਕੰਜ਼ਿਊਮਰਸ ਹੈ ਉੱਥੇ ਮਾਰਜਨਲੀ ਵਧਿਆ। ਅੱਗੇ ਨਾਨ ਰੈਜ਼ੀਡੈਂਸ਼ੀਅਲ ਜਿਹੜੀ ਟੈਰਿਫ ਹੈ ਸਪਲਾਈ, ਉਹਨਾਂ ਦਾ ਅਸੀਂ ਫਲੈਟ ਰੇਟ ਰੱਖਿਆ, ਉਹ ਕੋਈ ਇਨਕਰੀਜ਼ ਨਹੀਂ ਕਰਿਆ। ਸਮਾਲ ਪਾਵਰ, ਮੀਡੀਅਮ ਸਪਲਾਈ ਅਗੇਨ ਫਲੈਟ ਰੇਟ ਰੱਖਿਆ, ਕੋਈ ਨੂੰ ਇਨਕਰੀਜ਼ ਨਹੀਂ ਕਰਿਆ। ਲਾਰਜ ਸਪਲਾਈ ਜਿਹੜੀ ਹੈ ਉਹ ਮਾਰਜਨਲ ਇਨਕਰੀਜ਼ ਹੈ 2% ਤੋਂ ਘੱਟ। ਇਹ ਇੰਟੈਂਸ਼ਨ ਇਹ ਸੀ ਕਿ ਇੱਕ ਤਾਂ ਜਿਹੜੀ ਜਨਰੇਟਿੰਗ ਔਰ ਡਿਸਟ੍ਰੀਬਿਊਸ਼ਨ ਕੰਪਨੀਆਂ ਦਾ PSPCL ਉਹਨਾਂ ਦੀ ਰੈਵਨਿਊ ਰਿਕੁਆਇਰਮੈਂਟਸ ਪੂਰੀਆਂ ਹੋਏ, ਉਸ 'ਤੇ ਕੋਈ ਕਮੀ ਨਾ ਆਏ। ਨਾਲ ਹੀ ਨਾਲ ਜਿਹੜੇ ਡਿਜ਼ਰਵਿੰਗ ਸੈਕਸ਼ਨ ਹੈ ਇੱਕ, ਔਰ ਜਿਹੜੇ ਜਿਸ ਟਾਈਮ ਸਫਰ ਕਰ ਰਹੇ ਕੋਵਿਡ 'ਚ ਲਾਕਡਾਊਨ ਵਗੈਰਾ ਕਰਕੇ ਜਿਨ੍ਹਾਂ ਦਾ ਬਿਜ਼ਨਸ ਲਾਸ ਹੋਇਆ ਜਾਂ ਓਵਰ ਹੋਇਆ, ਉਹਨਾਂ ਨੂੰ ਐਡੀਸ਼ਨਲ ਲੋਡ ਨਾ ਪਏ। ਤਾਂ ਉਹ ਸਾਰੇ ਦੇਖਦੇ ਹੋਏ ਜੋ ਕਮਿਸ਼ਨ ਨੇ ਫੈਸਲਾ ਕਰਿਆ ਅੱਜ, ਡੋਮੈਸਟਿਕ ਸੈਕਟਰ 'ਚ ਕਾਫੀ ਕੰਜ਼ਿਊਮਰਸ ਨੂੰ ਫਾਇਦਾ ਹੋਏਗਾ, ਜਿਹੜੇ ਲੋਐਸਟ ਵੀਕੈਸਟ ਸੈਕਸ਼ਨ ਦੇ ਸੋਸਾਇਟੀ ਦੇ ਲੋਕ ਹੈ, ਔਰ ਜਿਹੜੇ ਨਾਰਮਲ ਕੰਜ਼ਿਊਮਰਸ ਹੈ ਉਹਨਾਂ 'ਤੇ ਵੀ ਮਾਰਜਨਲ ਇਨਕਰੀਜ਼ ਹੈ, ਕੋਈ ਜ਼ਿਆਦਾ ਨਹੀਂ। ਕਿਉਂਕਿ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ 300 ਯੂਨਿਟ ਤੱਕ ਕੀ ਕੁਝ ਉਸ ਦੇ ਮੁਤਲਕ ਫੈਸਲਾ ਲਿੱਤਾ ਗਿਆ, ਦਰਸ਼ਕਾਂ ਨੂੰ ਵਿਸਤਾਰ ਨਾਲ ਤੁਸੀਂ ਦੱਸ ਸਕੋ। 2 ਕਿਲੋਵਾਟ ਤੋਂ 7 ਨਹੀਂ, 2 ਕਿਲੋਵਾਟ ਤੋਂ ਥੱਲੇ ਵੀ ਜਿਹੜੇ ਹੈ ਉਹਨਾਂ ਦੇ ਨਾਲ ਵੀ ਫਾਇਦਾ ਹੋਇਆ। ਸਭ ਤੋਂ ਜ਼ਿਆਦਾ ਫਾਇਦਾ ਉਹਨਾਂ ਨੂੰ ਹੋਇਆ ਜਿਹੜੇ ਅਪ ਟੂ 2 ਕਿਲੋਵਾਟ ਹੈ ਔਰ 100 ਕਿਲੋਵਾਟ ਆਵਰ ਤੱਕ ਜਿਹਨਾਂ ਦੀ 100 ਯੂਨਿਟ ਤੱਕ ਜਿਹਨਾਂ ਦੀ ਕੰਜ਼ੰਪਸ਼ਨ ਹੈ, ਉਹਨਾਂ ਦਾ ਟੈਰਿਫ ₹1 ਘਟਿਆ, 3.49 ਰੁਪੀਸ ਤੇ ਹੁਣ ਟੈਰਿਫ ਆ ਗਿਆ। ਜਿਹੜੇ ਉਸ ਤੋਂ ਅਗਲਾ ਸਲੈਬ ਹੈ 100 ਤੋਂ 300 ਯੂਨਿਟ ਤੱਕ ਜਿਹੜੇ ਕੰਜ਼ਿਊਮ ਕਰਦੇ ਹੈ, ਉਹਨਾਂ ਦਾ ਟੈਰਿਫ 50 ਪੈਸੇ ਘਟਿਆ। ਇਹ ਲੋਐਸਟ ਸਲੈਬ ਤੇ ਜਿਹੜਾ 2 ਕਿਲੋਵਾਟ ਤੱਕ ਹੈ। ਜਿਹੜਾ 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਹੈ, ਉਹਨਾਂ ਦੇ ਪਹਿਲੇ 100 ਯੂਨਿਟ ਤੇ 75 ਪੈਸੇ ਦੀ ਰਿਡਕਸ਼ਨ ਹੈ ਪਰ ਯੂਨਿਟ, ਔਰ ਅਗਲੇ ਜਿਹੜੇ 100 ਤੋਂ 300 ਯੂਨਿਟ ਤੱਕ ਹੈ ਉਹਨਾਂ ਦੀ 50 ਪੈਸੇ ਦੀ ਰਿਡਕਸ਼ਨ ਹੈ। ਅੱਛਾ, ਇਹ ਸਾਰਾ ਫੈਸਲਾ ਘਰਾਂ ਦੇ ਵਿੱਚ ਜਿਹੜੀ ਬਿਜਲੀ ਇਸਤੇਮਾਲ ਹੁੰਦੀ ਉਹਨਾਂ ਵਾਸਤੇ ਲਿੱਤਾ ਗਿਆ। ਕੋਈ ਇਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਲਿੱਤਾ ਜਾ ਸਕਦਾ ਇੰਡਸਟਰੀ ਨੂੰ ਲੈ ਕੇ ਵੀ, ਕਿਉਂਕਿ ਇੰਡਸਟਰੀ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਇੰਡਸਟਰੀ ਠੱਪ ਪਈ ਹੈ, ਕਾਰੋਬਾਰ ਉਸ ਤਰੀਕੇ ਦੇ ਨਾਲ ਨਹੀਂ ਹੈ। ਜਿਹੜੀ ਇੰਡਸਟਰੀ ਹੈ ਉਹਨੂੰ ਆਲਮੋਸਟ 1.5 ਲੱਖ ਯੂਨਿਟਸ ਨੂੰ ਜਿਹੜਾ ਟੈਰਿਫ ਨਾਰਮਲੀ ਇਨਕਰੀਜ਼ ਹੁੰਦਾ, ਕਿਉਂਕਿ ਹਰ ਸਾਲ ਜਿਹੜੀ ਇਨਫਲੇਸ਼ਨਰੀ ਕਾਸਟ ਇਨਕਰੀਜ਼ ਹੁੰਦੀ ਹੈ, ਜਿਹੜਾ ਰਿਕੁਆਇਰਮੈਂਟ PSPCL ਦੀ ਵੀ ਵੱਧਦੀ ਹੈ। ਇਸ ਵਾਰੀ ਅਸੀਂ ਕੋਈ ਇਨਕਰੀਜ਼ ਨਹੀਂ ਦਿੱਤਾ, ਜੋ ਰੇਟ ਲਾਸਟ ਈਅਰ ਦਾ ਚੱਲ ਰਿਹਾ ਸੀ ਉਹੀ ਇਸ ਟਾਈਮ ਚਲਾਇਆ। ਸਮਾਲ ਪਾਵਰ ਨੂੰ, ਮੀਡੀਅਮ ਪਾਵਰ ਨੂੰ, ਜਿਹੜੀ ਦੈਟ ਮੀਨਸ ਸਭ ਤੋਂ ਜ਼ਿਆਦਾ ਇੰਡਸਟਰੀ ਜਿਹੜੀ ਇਸੀ ਸੈਕਟਰ 'ਚ ਆਉਂਦੀ ਹੈ, ਸਮਾਲ ਸੈਕਟਰ 'ਚ ਔਰ ਮੀਡੀਅਮ ਸੈਕਟਰ 'ਚ, ਉੱਥੇ ਕੋਈ ਇਨਕਰੀਜ਼ ਨਹੀਂ ਕਰਿਆ। ਇੱਕ ਲੋਕ ਇਹ ਪੁੱਛ ਰਹੇ ਕਿ 300 ਯੂਨਿਟ ਤੱਕ ਹੀ ਰਿਆਇਤ ਦਿੱਤੀ ਗਈ ਹੈ, ਯਾਨੀ ਕਿ ਗਰੀਬ ਤਬਕਾ ਤਾਂ ਇਸ ਨੂੰ ਰਿਆਇਤ ਮਿਲ ਗਈ, ਲੇਕਿਨ ਜਿਹੜਾ ਮਿਡਲ ਕਲਾਸ ਹੈ ਜਿਸ ਦੇ ਘਰ 2 AC ਲੱਗੇ ਹੈ ਉਹਨੂੰ ਰਿਆਇਤ ਨਹੀਂ ਦਿੱਤੀ ਗਈ। ਉਹ 15 ਪੈਸੇ 20 ਪੈਸੇ 16 ਪੈਸੇ ਇਸ ਤਰੀਕੇ ਨਾਲ ਇਜ਼ਾਫਾ ਜਿਹੜਾ ਉਹ ਕੀਤਾ ਗਿਆ। ਇਹ ਦੇਖੋ, ਜਿਹੜੀ ਕਮਿਸ਼ਨ ਕੰਸੀਡਰ ਕਰਦੀ ਹੈ, ਆਫਟਰ ਆਲ ਰਿਬੇਟਸ ਜਿਹੜੇ ਆ ਉਹ ਸਭ ਤੋਂ ਜਿਹੜੇ ਪੂਅਰੈਸਟ ਸੈਕਸ਼ਨਸ ਹੈ ਉਹਨਾਂ ਨੂੰ ਜਾਣੇ ਚਾਹੀਦੇ। ਜਿਹੜੇ ਰੇਟਸ ਤੁਸੀਂ ਕਹਿ ਰਹੇ ਹੋ ਜਿਹੜੇ ਮਿਡਲ ਕਲਾਸ ਹੈ ਉਹਨਾਂ ਦੇ ਵਧੇ, ਉਹ ਵੀ ਬਹੁਤ ਮਾਰਜਨਲੀ ਵਧੇ 10-15 ਪੈਸੇ। ਉਹ ਨਾਰਮਲ ਇਨਫਲੇਸ਼ਨਰੀ ਇਨਕਰੀਜ਼ ਹੁੰਦਾ। ਜਿਹੜੇ ਆਫਟਰ ਆਲ ਜਿਹੜੀ ਯੂਟਿਲਿਟੀ ਜਿਹੜੀ ਸਪਲਾਈ ਕਰ ਰਹੀ ਹੈ ਉਹਨਾਂ ਨੇ ਵੀ ਪਾਵਰ ਖਰੀਦਣੀ ਹੈ, ਜਨਰੇਟ ਕਰਨੀ ਹੈ, ਉਹਨਾਂ ਦੇ ਸੈਲਰੀਜ਼ ਵੀ ਵਧ ਰਹੀਆਂ, ਉਹਨਾਂ ਦੇ ਐਕਸਪੈਂਸਿਸ ਵੀ ਵਧ ਰਹੇ, ਉਹ ਅਲਟੀਮੇਟਲੀ ਕहीं ਨਾ ਕहीं ਅਕਾਊਂਟ ਫੋਰ ਕਰਨਾ ਪੈਣਾ। ਜਿੱਦਾਂ ਮੈਂ ਸ਼ੁਰੂ 'ਚ ਦੱਸਿਆ, ਐਨੂਅਲ ਰੈਵਨਿਊ ਰਿਕੁਆਇਰਮੈਂਟ ਵਰਕਆਊਟ ਕਰੀ ਜਾਂਦੀ ਹੈ ਯੂਟਿਲਿਟੀ ਦੀ, ਜਿਹੜੀ ਜਨਰੇਟਿੰਗ ਕੰਪਨੀ ਹੈ, ਡਿਸਟਰੀਬਿਊਟਿੰਗ ਕੰਪਨੀ ਹੈ, ਉਹ ਖਰਚਾ ਵੀ ਪੂਰਾ ਕਰਨਾ ਕਿਸੇ ਤਰੀਕੇ ਨਾਲ। तो ਅਸੀਂ ਇਹ ਕੋਸ਼ਿਸ਼ ਕਰੀਏ ਕਿ ਕਿਸੇ ਵੀ ਸੈਕਸ਼ਨ ਤੇ ਜ਼ਿਆਦਾ ਲੋਡ ਨਾ ਪਏ ਔਰ ਈਵਨਲੀ ਡਿਸਟ੍ਰੀਬਿਊਟ ਕਰਕੇ। ਈਵਨ ਜਿੱਦਾਂ ਮੈਂ ਦੱਸਿਆ, ਮੀਡੀਅਮ ਔਰ ਸਮਾਲ ਯੂਨਿਟਸ ਜਿਹੜੇ ਇੰਡਸਟਰੀਅਲ ਉਹਨਾਂ ਦੇ ਕੋਈ ਇਨਕਰੀਜ਼ ਨਹੀਂ ਹੈ। ਲਾਰਜ ਦਾ ਵੀ ਇਨਕਰੀਜ਼ ਹੈ, ਬਹੁਤ ਮਾਰਜਨਲ ਹੈ, 2% ਤੋਂ ਘੱਟ ਆਉਂਦਾ ਹੈ। ਸੋ ਵੀ ਹੈਵ ਟਰਾਈਡ ਟੂ ਬੀ ਬੈਲੈਂਸਡ। ਇੱਕ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਫਿਕਸ ਚਾਰਜ ਨੇ, ਜਿਨ੍ਹਾਂ ਦੇ 12 ਕਿਲੋ ਤੋਂ ਵੱਧ ਵੋਟ ਦੇ ਨੇ, ਉਹਨਾਂ ਨੂੰ 20 ਰੁਪਏ ਫਿਕਸ ਚਾਰਜ ਜਿਹੜੇ ਪ੍ਰਤੀ ਮੰਥ ਵਧਾ ਦਿੱਤੇ ਗਏ ਹੈ। ਉਹ ਕਿਸ ਤਰੀਕੇ ਦੇ ਨਾਲ? ਇਹ ਤਾਂ ਕੈਲਕੂਲੇਸ਼ਨ ਹੈ ਬੇਸਿਕਲੀ। ਫਿਕਸ ਚਾਰਜ ਅਲਟੀਮੇਟਲੀ 2 ਟਾਈਪ ਦੇ ਚਾਰजेस ਹੈ, ਫਿਕਸਡ ਐਂਡ ਵੇਰੀਏਬਲ। ਫਿਕਸ ਚਾਰਜ ਵੀ ਹਰ ਸਾਲ ਵੱਧਦਾ ਹੈ ਕਿਉਂਕਿ ਫਿਕਸਡ ਯੂਟਿਲਿਟੀ ਦੀ ਵੀ ਕਾਸਟ ਫਿਕਸਡ ਹੈ ਜਿਹੜੀਆਂ ਵੱਧਦੀਆਂ, ਔਰ ਵੇਰੀਏਬਲ ਚਾਰਜ ਹੈ ਜਿਹੜੀ ਉਹਨਾਂ ਦੀ ਸਪਲਾਈ ਲਾਈਨ ਜਿਹੜੀ ਆਪਰੇਸ਼ਨਲ ਕਾਸਟ ਦੇ ਨਾਲ ਵੱਧਦਾ ਹੈ। ਸੋ ਦੋਨੋਂ ਤਰਫ ਥੋੜੀ ਬੈਲੈਂਸ ਕਰਕੇ ਡਿਸਟ੍ਰੀਬਿਊਸ਼ਨ ਕਰੀ ਜਾਂਦੀ ਹੈ ਔਰ ਇਹ ਟੈਕਨੀਕਲ ਕੈਲਕੂਲੇਸ਼ਨਸ ਕਰਕੇ ਔਰ ਬੈਲੈਂਸ ਤਰੀਕੇ ਨਾਲ ਇਹਨੂੰ ਵਧਾਇਆ ਗਿਆ। ਅੱਛਾ, 682 ਕਰੋੜ ਦਾ ਸਾਲਾਨਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਏਗਾ। ਕੋਈ ਕੈਲਕੂਲੇਸ਼ਨ ਕਮਿਸ਼ਨ ਨੇ ਕੱਢੀ ਹੈ ਕਿ ਕਿੰਨੇ ਲੋਕ ਜਿਹੜੇ ਨੇ ਉਹ ਕਵਰ ਹੋਣਗੇ? ਕਿੰਨੇ ਕੁ ਲੋਕਾਂ ਦੇ 300 ਯੂਨਿਟ ਤੋਂ ਘੱਟ ਜਿਹੜੇ ਨੇ ਉਹ ਇਸਤੇਮਾਲ ਕਰਦੇ ਨੇ, ਜਿਨ੍ਹਾਂ ਨੂੰ ਇਸ ਦਾ ਮੁਨਾਫਾ 1 ਰੁਪਏ 50 ਪੈਸੇ ਪ੍ਰਤੀ ਯੂਨਿਟ ਹੋਏਗਾ? ਇਹ ਜਿਹੜੇ ਫਾਇਦਾ ਡੋਮੈਸਟਿਕ ਸੈਕਟਰ 'ਚ ਹੋ ਰਿਹਾ, ਆਲਮੋਸਟ ਤਕਰੀਬਨ 69 ਲੱਖ ਲੋਕਾਂ ਨੂੰ ਜਾਏਗਾ ਇਹ ਬੈਨੀਫਿਟ। ਇਨ ਦੀ ਜਿਹੜੇ ਜਿੱਦਾਂ ਮੈਂ ਦੱਸਿਆ ਵੀਕੈਸਟ ਸੈਕਸ਼ਨ ਆਫ ਸੋਸਾਇਟੀ ਹੈ,
ਆਲਮੋਸਟ 69 ਲੱਖ ਲੋਕਾਂ ਨੂੰ ਇਹ ਬੈਨੀਫਿਟ ਮਿਲੇਗਾ। ਤੁਸੀਂ ਕਹਿ ਰਹੇ ਹੋ ਪੰਜਾਬ ਦੇ 69 ਲੱਖ ਲੋਕਾਂ ਨੂੰ ਇਸ ਦਾ ਸਿੱਧਾ ਫਾਇਦਾ ਜਿਹੜਾ 682 ਡੋਮੈਸਟਿਕ ਸਾਈਡ ਤੇ। ਲੇਕਿਨ ਮਿਡਲ ਕਲਾਸ ਕਹਿ ਰਿਹਾ ਕਿ ਸਾਨੂੰ ਵੀ ਉਮੀਦ ਸੀਗੀ ਕਿ ਸ਼ਾਇਦ ਸਾਡੇ ਨੌਕਰੀ ਪੇਸ਼ਾ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰੇ ਇੱਕ ਜਾਂ ਦੋ ਏਸੀ ਨੇ ਉਹਨਾਂ ਨੂੰ ਇਸ ਦਾ ਮੁਨਾਫਾ ਮਿਲ ਸਕਦਾ। ਇਹ ਮੈਂ ਪਹਿਲਾਂ ਵੀ ਤੁਹਾਨੂੰ ਜਵਾਬ ਇਹਦਾ ਦਿੱਤਾ ਹੈ ਕਿ ਅਲਟੀਮੇਟਲੀ ਜਿਹੜੀਆਂ ਕਾਸਟ ਵੱਧ ਰਹੀਆਂ ਔਰ ਯੂਟਿਲਿਟੀ ਦੀ ਵੀ ਕਾਸਟ ਵੱਧ ਰਹੀਆਂ, ਉਹ ਕहीं ਨਾ ਕहीं ਤਾਂ ਬੈਲੈਂਸ ਆਊਟ ਕਰਨੀ ਹੈ ਨਾ। ਤੋ ਬੈਨੀਫਿਟ ਸਭ ਨੂੰ ਮਿਲਿਆ, ਜ਼ਿਆਦਾ ਕਿਸੇ ਦਾ ਵੀ ਇਨਕਰੀਜ਼ ਨਹੀਂ ਹੋਇਆ। ਯੂਟਿਲਿਟੀ ਨੇ ਵੀ ਆਪਣੀ ਜਿਹੜੀ ਐਫੀਸ਼ੀਐਂਸੀ, ਆਪਰੇਸ਼ਨਲ ਐਫੀਸ਼ੀਐਂਸੀ ਥੋੜੀ ਕੋਸ਼ਿਸ਼ ਕਰੀ ਹੈ, ਉਹਨਾਂ ਨੇ ਕਾਸਟ ਰਿਡਿਊਸ ਕਰੀਆਂ ਪਰਚੇਜ਼ਿੰਗ ਆਫ ਪਾਵਰ ਦੀਆਂ। ਉਹਦੇ ਹਿਸਾਬ ਨਾਲ ਜਿਹੜਾ ਰਿਕੁਆਇਰਮੈਂਟ ਵਧੀਆਂ ਉਹ ਉਨੀਆਂ ਨਹੀਂ ਵਧੀਆਂ ਜਿੰਨੀਆਂ ਪਹਿਲਾਂ ਵਧੀਆਂ ਸੀ। ਤਾਂ ਉਹ ਬੈਨੀਫਿਟ ਅਸੀਂ ਅਕ੍ਰੋਸ ਦ ਬੋਰਡ ਸਰ ਨੂੰ ਪਾਸ ਔਨ ਕਰਨ ਦੀ ਕੋਸ਼ਿਸ਼ ਕਰੀ ਹੈ। ਖੇਤੀਬਾੜੀ ਸੈਕਟਰ 'ਚ ਵੀ ਜਿਹੜੇ ਪੰਪ ਨੇ ਕਹਿੰਦੇ ਉੱਥੇ ਵੀ ਕੁਝ ਪੈਸੇ, ਉਹ ਕਿੰਨੇ ਪੈਸੇ ਵਧਾਏ ਗਏ ਆ, ਉਸ ਬਾਰੇ ਵੀ ਥੋੜਾ ਜਿਹਾ। ਐਗਰੀਕਲਚਰ ਜਿਹੜੀ ਸਪਲਾਈ ਹੈ ਉਹ 9 ਪੈਸੇ, ਉਹ ਵੀ ਮਾਰਜਨਲ ਇਨਕਰੀਜ਼ ਕਰਿਆ। ਉਹ ਅਸੀਂ 9 ਪੈਸੇ ਕੰਸੀਡਰ ਕਰਕੇ ਅਪਰੋਕਸੀਮੇਟਲੀ ਪਰ ਯੂਨਿਟ 9 ਪੈਸੇ ਦਾ ਫਾਇਦਾ ਇਨਕਰੀਜ਼। ਕਮਿਸ਼ਨ ਨੇ ਇਦਾਂ ਤਾਂ ਨਹੀਂ ਕਿ 69 ਲੱਖ ਲੋਕਾਂ ਨੂੰ ਫਾਇਦਾ ਹੋ ਗਿਆ 682 ਕਰੋੜ ਦਾ, ਲੇਕਿਨ ਜਿਹੜਾ ਉਹਨਾਂ ਤੋਂ ਪੂਰਾ ਕਰਨਾ ਦੂਜੇ ਪਾਸੇ ਚਾਹੇ 16 ਪੈਸੇ ਹਿਸਾਬ ਨਾਲ ਚਾਹੇ 20 ਰੁਪਏ ਦੇ ਹਿਸਾਬ ਨਾਲ ਫਿਕਸ ਚਾਰਜ ਦੇ, ਉਹ ਕਿਤਨਾ ਕਿਤੇ ਕੈਲਕੂਲੇਟ ਤਾਂ ਨਹੀਂ ਇਹ ਕੀਤਾ ਇਸ ਤਰੀਕੇ ਨਾਲ। ਤੁਸੀਂ 682 ਕਰੋੜ ਨੂੰ ਐਡਜਸਟ ਕਰ ਰਹੇ ਹੋ ਪੂਰਾ। ਮੈਂ ਟੋਟਲ ਜਿਹੜੀ ਐਨੂਅਲ ਰਿਕੁਆਇਰਮੈਂਟ ਹੈ ਯੂਟਿਲਿਟੀ ਦੀ ਉਹ ਅਸੀਂ ਕੰਸੀਡਰ ਕਰਦੇ ਹਾਂ। ਇਹ 682 ਕਰੋੜ ਤਾਂ ਇਹ ਕੈਲਕੂਲੇਟ ਕਰਿਆ ਜਿਹੜਾ ਅਸੀਂ 69 ਲੱਖ ਲੋਕਾਂ ਨੂੰ ਜਿੱਦਾਂ ਦੱਸਿਆ ਉਹਨਾਂ ਨੂੰ ਇਹ ਬੈਨੀਫਿਟ ਪਾਸ ਔਨ ਹੋਏਗਾ। ਲੇਕਿਨ ਟੋਟਲ ਯੂਟਿਲਿਟੀ ਰਿਕੁਆਇਰਮੈਂਟਸ ਕੁਝ ਜਿਹੜੇ ਅਸੀਂ ਬੈਲੈਂਸ ਦੇਖਦੇ ਹਾਂ ਕਿ ਕਿਸ ਪਾਸੇ ਐਕਸਟਰਾ ਜਨਰੇਟ ਹੋ ਰਿਹਾ, ਕਿਸ ਪਾਸੇ ਘੱਟ ਹੋ ਰਿਹਾ। ਕੁਝ ਸਰਪਲਸਿਸ ਜੋ ਪੁਰਾਣੀ ਐਨੂਅਲ ਰਿਕੁਆਇਰਮੈਂਟਸ ਅਸੈਸ ਕਰਦੇ ਹਾਂ, ਰਿਵਿਊ ਕਰਦੇ ਹਾਂ, ਉਹਦੇ ਮੁਤਾਬਕ ਸਾਨੂੰ ਲੱਗਦਾ ਕਿ ਥੋੜਾ ਜਿਹਾ ਉਧਰ ਮਾਰਜਨ ਮਿਲ ਗਿਆ। ਉਹ ਸਾਰਾ ਚੀਜ਼ਾਂ ਦੇਖ ਕੇ 3 ਸਾਲ ਦਾ ਇਕੱਠਾ ਦੇਖ ਕੇ ਅਸੀਂ ਐਡਜਸਟਮੈਂਟਸ ਕਰਦੇ ਹਾਂ। ਉਹਦੇ ਮੁਤਾਬਕ ਇਹ 682 ਕਰੋੜ ਕੱਲਾ ਨਹੀਂ ਹੈ, ਅਸੀਂ ਅਕ੍ਰੋਸ ਦ ਬੋਰਡ ਐਡਜਸਟਮੈਂਟਸ ਦੇਖ ਕੇ ਟੋਟਲ ਐਡਜਸਟਮੈਂਟਸ ਕਰੀਏ। ਆਉਣ ਵਾਲੇ ਦਿਨਾਂ 'ਚ ਕੁਝ ਹੋਰ ਰਿਆਇਤਾਂ ਕਿਸੇ ਹੋਰ ਸੈਕਸ਼ਨ ਨੂੰ, ਇੰਡਸਟਰੀ ਨੂੰ ਜਾਂ ਮਿਡਲ ਕਲਾਸ ਨੂੰ ਕੁਝ ਹੋਰ ਰਿਆਇਤਾਂ ਦੇਣ ਤੇ ਵੀ ਕਮਿਸ਼ਨ ਵਿਚਾਰ ਕਰ ਰਿਹਾ, ਕੋਈ ਹੋਰ ਇਸ ਤਰੀਕੇ ਨਾਲ ਵਿਚਾਰ ਕਰ ਰਿਹਾ। ਐਨੂਅਲ ਰਿਕੁਆਇਰਮੈਂਟਸ ਇੱਕ ਵਾਰੀ ਵਰਕਆਊਟ ਹੁੰਦੀਆਂ, ਜਿਹੜਾ ਟੈਰਿਫ ਆਰਡਰ ਹੈ ਸਾਲ 'ਚ ਇੱਕ ਵਾਰੀ ਪਾਸ ਹੁੰਦਾ। ਇਹ ਹੁਣ ਜਿਹੜਾ ਟੈਰਿਫ ਆਰਡਰ ਹੈ 10 ਮਹੀਨੇ ਵਾਸਤੇ ਅਪਲਾਈ ਕਰੇਗਾ, ਕਿਉਂਕਿ ਜਿਹੜਾ ਪਿਛਲੇ ਸਾਲ ਦੇ ਰੇਟ ਸੀ ਉਹ 2 ਮਹੀਨੇ ਕੰਟੀਨਿਊ ਕਰੇ ਹੈ ਮਈ ਐਂਡ ਤੱਕ। ਇਹ ਐਪਲੀਕੇਬਲ ਆਰਡਰ ਹੋਏਗਾ 1 ਜੂਨ ਤੋਂ ਅਗਲੀ 31 ਮਾਰਚ ਤੱਕ। ਜਿਹੜਾ ਅਗਲਾ ਟੈਰਿਫ ਆਰਡਰ ਆਏਗਾ ਇਸ ਸਾਲ ਦੀਆਂ ਐਨੂਅਲ ਵਰਕਆਊਟ ਕਰਕੇ ਰਿਕੁਆਇਰਮੈਂਟਸ ਔਰ ਅਗਲੇ ਸਾਲ ਦੀ ਪ੍ਰੋਜੈਕਸ਼ਨ ਦੇਖ ਕੇ ਫਿਰ ਉਸ ਤੇ ਡਿਸਾਈਡ ਕਰਿਆ ਜਾਏਗਾ ਔਰ ਫੈਸਲਾ ਕਰਿਆ ਜਾਏਗਾ। ਤਾਂ ਕਮਿਸ਼ਨ ਨੇ ਫੈਸਲਾ ਲਿੱਤਾ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਮੁਨਾਫਾ ਹੋਏਗਾ ਜਿਨ੍ਹਾਂ ਦੇ 300 ਯੂਨਿਟ ਤੱਕ ਬਿਜਲੀ ਇਸਤੇਮਾਲ ਕਰਦੇ ਨੇ, ਜਿਨ੍ਹਾਂ ਦੇ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ ਬਿਜਲੀ ਉਹਨਾਂ ਨੂੰ ਮੁਨਾਫਾ ਹੋਏਗਾ। ਲੇਕਿਨ ਉਸ ਤੋਂ ਉੱਪਰ ਅਗਰ ਕੋਈ ਇਸਤੇਮਾਲ ਹੁੰਦਾ ਤਾਂ ਮਿਡਲ ਕਲਾਸ ਦੇ ਲਈ ਵੀ ਥੋੜੀ ਜਿਹੀ ਰਿਆਇਤਾਂ ਜਿਹੜੀਆਂ ਨੇ ਉਹ ਘਟਾਈਆਂ ਗਈਆਂ ਨੇ, ਥੋੜਾ ਜਿਹਾ 16 ਪੈਸੇ ਦੇ ਕਰੀਬ, ਔਰ ਫਿਕਸ ਚਾਰਜ ਜਿਹੜੇ ਨੇ ਉਹ 20 ਰੁਪਏ ਦੇ ਕਰੀਬ ਪਰ ਮੰਥ ਵਧਾਏ ਗਏ ਨੇ। ਕੈਮਰਾਮੈਨ ਅਜੇ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ।